ਸਤਿ ਸ਼੍ਰੀ ਅਕਾਲ, मैं रचना शर्मा चढ़दी कला टाइम टीवी ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ। ਤੁਸੀਂ ਵੇਖ ਰਹੇ ਹੋ ਪੰਜਾਬੀ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਮੁੱਖ ਸੁਰਖੀਆਂ ਤੇ। ਅਮਰੀਕਾ 'ਚ ਸਿੱਖ ਪੁਲਿਸ ਕਰਮੀ ਨੂੰ ਦਾੜੀ ਨਾ ਵਧਾਉਣ ਦੇਣ ਦਾ ਮਾਮਲਾ, ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਲਿਆ ਸਖਤ ਨੋਟਿਸ। ਹੜ੍ਹਾਂ ਦੇ ਪਾਣੀ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਹੋਇਆ ਭਾਰੀ ਨੁਕਸਾਨ। ਹੜ੍ਹ ਪੀੜਤਾਂ ਲਈ ਪੰਜਾਬ ਸਰਕਾਰ ਨੇ ਕੇਂਦਰ ਤੋਂ ਮੰਗੇ 1500 ਕਰੋੜ ਰੁਪਏ। ਕੈਨੇਡਾ 'ਚ ਪੰਜਾਬੀ ਗੈਂਗਸਟਰ ਦਾ ਕਤਲ। ਗੈਂਗਸਟਰ ਰਵਿੰਦਰ ਸਮਰਾ ਦਾ ਗੋਲੀਆਂ ਮਾਰ ਕੇ ਕੀਤਾ ਕਤਲ। ਟੌਪ 11 ਖਤਰਨਾਕ ਗੈਂਗਸਟਰਾਂ 'ਚ ਸ਼ਾਮਲ ਸੀ ਰਵਿੰਦਰ ਸਮਰਾ। ਤੇ ਹੁਣ ਖਬਰਾਂ ਵਿਸਤਾਰ ਨਾਲ। ਹੜ੍ਹਾਂ ਦੇ ਪਾਣੀ ਦੇ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਨੁਕਸਾਨ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਹੜ੍ਹਾਂ ਕਾਰਨ ਪੰਜਾਬ ਦੇ 19 ਜ਼ਿਲ੍ਹਿਆਂ ਵਿੱਚ 1475 ਪਿੰਡਾਂ ਵਿੱਚ ਪ੍ਰਭਾਵਿਤ ਹੋਏ ਨੇ, ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਆਰਥਿਕ ਤੌਰ ਤੇ ਨੁਕਸਾਨ ਹੋਇਆ ਹੈ। ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਕੈਬਨਿਟ ਦਾ ਮੰਨਣਾ ਸੀ ਕਿ ਸੂਬੇ ਦੇ 19 ਜ਼ਿਲ੍ਹਿਆਂ ਦੇ 1495 ਪਿੰਡ ਸਭ ਤੋਂ ਵੱਧ ਪ੍ਰਭਾਵਿਤ ਸਨ। ਰਿਪੋਰਟਾਂ ਮੁਤਾਬਿਕ ਹੜ੍ਹਾਂ ਕਾਰਨ 44 ਵਿਅਕਤੀਆਂ ਦੀ ਜਾਨ ਗਈ, 22 ਜ਼ਖਮੀ ਹੋਏ ਤੇ 391 ਘਰ ਪੂਰੀ ਤਰ੍ਹਾਂ ਨੁਕਸਾਨੇ ਗਏ, ਜਦਕਿ 878 ਦਾ ਅੰਸ਼ਕ ਨੁਕਸਾਨ ਹੋਇਆ ਹੈ। 1277 ਵਿਅਕਤੀ ਹਲੇ ਵੀ 159 ਰਾਹਤ ਕੈਂਪਾਂ ਵਿੱਚ ਰਹਿ ਰਹੇ ਨੇ। ਸਰਕਾਰ ਨੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਅੰਦਾਜ਼ਾ ਲਾਉਣ ਲਈ 15 ਅਗਸਤ ਤੱਕ ਵਿਸ਼ੇਸ਼ ਗਿਰਦਾਵਰੀ ਕਰਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਕਰਕੇ ਪੰਜਾਬ ਸਰਕਾਰ ਨੇ ਸੂਬੇ ਦੇ ਹੜ੍ਹ ਪੀੜਤਾਂ ਦੇ ਨੁਕਸਾਨ ਬਾਰੇ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਲਿਖ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੂਬਾ ਸਰਕਾਰ ਨੇ ਹੜ੍ਹਾਂ ਕਾਰਨ ਪੰਜਾਬ 'ਚ 1500 ਕਰੋੜ ਰੁਪਏ ਦੇ ਕਰੀਬ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਹੈ। ਇਸ ਦੀ ਪੁਸ਼ਟੀ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੇ ਕੀਤੀ ਹੈ। ਅਮਰੀਕਾ ਦੇ ਨਿਊਯਾਰਕ ਦੀ ਪੁਲਿਸ ਵਿੱਚ ਸਿੱਖ ਜਵਾਨ ਨੂੰ ਦਾੜੀ ਵਧਾਉਣ ਤੋਂ ਰੋਕਣ ਦੀ ਘਟਨਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਖਤ ਨੋਟਿਸ ਲਿਆ। ਗਿਆਨੀ ਰਘਬੀਰ ਸਿੰਘ ਨੇ ਅੱਜ ਜਾਰੀ ਇੱਕ ਬਿਆਨ ਵਿੱਚ ਆਖਿਆ ਕਿ ਅਮਰੀਕਾ ਦੀ ਸਰਬਪੱਖੀ ਉન્નਤੀ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਅਮਰੀਕਾ ਦੀ ਰਾਜਨੀਤੀ ਤੋਂ ਲੈ ਕੇ ਸੁਰੱਖਿਆ, ਤਕਨੀਕੀ ਤੇ ਵਿਗਿਆਨ ਦੇ ਖੇਤਰ ਤੱਕ ਸਿੱਖਾਂ ਨੇ ਆਪਣੀ ਲਿਆਕਤ, ਮਿਹਨਤ ਅਤੇ ਇਮਾਨਦਾਰੀ ਦੇ ਨਾਲ ਵੱਡੀਆਂ ਮੱਲਾਂ ਮਾਰੀਆਂ ਨੇ। ਉਹਨਾਂ ਕਿਹਾ ਕਿ ਅਮਰੀਕਾ ਵਰਗੇ ਮੁਲਕ ਵਿੱਚ ਸਿੱਖਾਂ ਦੀਆਂ ਧਾਰਮਿਕ ਮਾਨਤਾਵਾਂ ਅਤੇ ਰਹੂ ਰੀਤਾਂ ਹੁਣ ਜਾਣ ਪਛਾਣ ਦਾ ਮੁਤਾਜ ਨਹੀਂ ਰਹਿ ਗਈਆਂ ਨੇ। ਬਹੁਤ ਦੇਰ ਪਹਿਲਾਂ ਹੀ ਅਮਰੀਕਾ ਦੀ ਫੌਜ ਅਤੇ ਸਿਵਲ ਸੇਵਾਵਾਂ ਵਿੱਚ ਆਪਣੇ ਸਿੱਖੀ ਸਰੂਪ ਦੇ ਨਾਲ ਸੇਵਾਵਾਂ ਕਰਨ ਦੀ ਕਾਨੂੰਨੀ ਲੜਾਈ ਸਿੱਖ ਜਿੱਤ ਚੁੱਕੇ ਨੇ। ਇਸ ਤੋਂ ਬਾਅਦ ਸਿੱਖਾਂ ਨੂੰ ਧਾਰਮਿਕ ਆਜ਼ਾਦੀ ਦੇ ਨਾਲ ਹਰ ਖੇਤਰ ਵਿੱਚ ਵਿਚਰਨ ਦੀ ਖੁੱਲ੍ਹ ਦਿੱਤੀ ਜਾ ਚੁੱਕੀ ਹੈ। ਪਰ ਹੁਣ ਨਿਊਯਾਰਕ ਪੁਲਿਸ ਵੱਲੋਂ ਇੱਕ ਸਿੱਖ ਜਵਾਨ ਨੂੰ ਦਾੜੀ ਰੱਖਣ ਤੋਂ ਰੋਕਣਾ ਹੈਰਾਨੀਜਨਕ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਵੀ ਅਮਰੀਕਾ ਦੀ ਨਿਊਯਾਰਕ ਪੁਲਿਸ ਕੋਲ ਆਪਣੇ ਕੂਟਨੀਤਿਕ ਚੈਨਲਾਂ ਰਾਹੀਂ ਸਿੱਖਾਂ ਦੀਆਂ ਭਾਵਨਾਵਾਂ ਪਹੁੰਚਾਉਣੀਆਂ ਚਾਹੀਦੀਆਂ ਨੇ, ਤਾਂ ਜੋ ਨਿਊਯਾਰਕ ਪੁਲਿਸ ਆਪਣੇ ਫੈਸਲੇ ਵਿੱਚ ਦਰੁਸਤੀ ਕਰਕੇ ਸਿੱਖ ਜਵਾਨ ਨੂੰ ਸਿੱਖੀ ਸਰੂਪ ਵਿੱਚ ਰਹਿ ਕੇ ਸੇਵਾਵਾਂ ਨਿਭਾਉਣ ਦੀ ਖੁੱਲ੍ਹ ਦੇ ਸਕੇ। ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਬੀਤੇ ਦਿਨ 36 ਸਾਲਾ ਗੈਂਗਸਟਰ ਰਵਿੰਦਰ ਸਮਰਾ ਦਾ ਰਿਚਮੰਡ ਸ਼ਹਿਰ ਵਿੱਚ ਕੈਨੇਡਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਉਸਦੇ ਭਰਾ ਦਾ ਵੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। 2 ਮਹੀਨੇ ਬਾਅਦ ਰਵਿੰਦਰ ਸਮਰਾ ਦਾ ਕਤਲ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਦੱਖਣੀ ਵੈਨਕੂਵਰ ਵਿੱਚ ਉਸਦੇ ਛੋਟੇ ਭਰਾ ਦਾ ਵੀ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਤੋਂ 2 ਮਹੀਨੇ ਬਾਅਦ ਹੀ ਸੰਯੁਕਤ ਰਾਸ਼ਟਰ ਦੇ ਨਾਮੀ ਗੈਂਗਸਟਰ ਰਵਿੰਦਰ ਸਮਰਾ ਨੂੰ ਰਿਚਮੰਡ ਵਿੱਚ ਨਿਸ਼ਾਨੇ ਤੇ ਲਏ ਹਮਲੇ ਵਿੱਚ ਮਾਰਿਆ ਗਿਆ। ਰਵਿੰਦਰ ਸਮਰਾ ਨੂੰ ਬਰਡੇਲ ਨੇੜੇ ਮਿਲਰ ਰੋਡ ਦੇ ਉੱਤੇ 8000 ਬਲਾਕ ਵਿੱਚ ਸ਼ੂਟਰਾਂ ਦੁਆਰਾ ਗੋਲੀਆਂ ਮਾਰ ਕੇ ਮਾਰਿਆ ਗਿਆ। ਅਵਤਾਰ ਸਿੰਘ ਖੰਡਾ ਦੇ ਇੰਗਲੈਂਡ ਵਿੱਚ ਦੇਹਾਂਤ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ 5 ਅਗਸਤ ਨੂੰ ਕੀਤਾ ਜਾਵੇਗਾ, ਪਰ ਉਸ ਦੀ ਮਾਂ ਅਤੇ ਭੈਣ ਉਸ ਦੇ ਅੰਤਿਮ ਸੰਸਕਾਰ ਅਤੇ ਅਰਦਾਸ ਵਿੱਚ ਸ਼ਾਮਿਲ ਨਹੀਂ ਹੋ ਸਕਣਗੀਆਂ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅਵਤਾਰ ਸਿੰਘ ਖੰਡਾ ਦੀ ਮਾਤਾ ਅਤੇ ਭੈਣ ਨੂੰ ਅਰਦਾਸ ਅਤੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਵੀਜ਼ਾ ਨਹੀਂ ਦਿੱਤਾ ਗਿਆ।
दस दईए कि अवतार सिंह खंडा का 15 जून ਨੂੰ इंग्लैंड के एक निजी हस्पताल में देहांत हो गया सी। खालिस्तान समर्थक अमृतपाल सिंह के लंडन स्थित भारतीय हाई कमीशन च तिरंगे का अपमान करने के दोष भी लगे सन। खंडा दा भैन जसप्रीत कौर ने हाईकोर्ट में पटिशन दायर करके मंग की सी कि उसके मृतक भरा का अंतिम संस्कार मोगा विच किया जाए। पिछले दिन ही इंग्लैंड की धरती से भाई अवतार सिंह जी खंडा जिन्हां दी मौत हो गई सी और उन्हां दा अंतिम संस्कार ਅਤੇ ਉਹਨਾਂ ਦੀ ਅੰਤਮ ਅਰਦਾਸ 5 ਅਗਸਤ ਨੂੰ ਇੰਗਲੈਂਡ ਵਿਖੇ ਹੋ ਰਹੀ ਹੈ। ਪਤਾ ਲੱਗਾ ਹੈ ਕਿ ਭਾਈ ਅਵਤਾਰ ਸਿੰਘ ਜੀ ਹੋਰਾਂ ਦੀ ਮਾਤਾ ਜੀ ਅਤੇ ਉਹਨਾਂ ਦੇ ਭੈਣ ਜੀ ਵੱਲੋਂ ਭਾਈ ਸਾਹਿਬ ਜੀ ਦੇ ਸੰਸਕਾਰ ਵਿੱਚ ਔਰ ਭਾਈ ਸਾਹਿਬ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਇੰਗਲੈਂਡ ਦਾ ਵੀਜ਼ਾ ਅਪਲਾਈ ਕੀਤਾ ਗਿਆ ਸੀ। ਪਰ ਬਹੁਤ ਦੁੱਖ ਵਾਲੀ ਗੱਲ ਹੈ ਕਿ ਇੰਗਲੈਂਡ ਦੀ ਸਰਕਾਰ ਵੱਲੋਂ ਭਾਈ ਅਵਤਾਰ ਸਿੰਘ ਜੀ ਦੇ ਮਾਤਾ ਜੀ ਅਤੇ ਉਹਨਾਂ ਦੀ ਭੈਣ ਜੀ ਨੂੰ ਵੀਜ਼ਾ ਨਾ ਦੇਣਾ ਇਹ ਇੱਕ ਬਹੁਤ ਵੱਡੀ ਇੰਗਲੈਂਡ ਵਰਗੇ ਦੇਸ਼ ਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਜਿਸ ਮਾਂ ਨੇ ਆਪਣੇ ਪੁੱਤ ਨੂੰ ਜਨਮ ਦਿੱਤਾ ਹੋਵੇ, ਜਿਸ ਭੈਣ ਨੇ ਆਪਣੇ ਵੀਰ ਨੂੰ ਲਾਡ ਲਡਾਏ ਹੋਣ, ਇਕੱਠੇ ਖੇਡੇ ਹੋਣ, ਇਕੱਠੇ ਪਲੇ ਹੋਣ, ਉਹਨਾਂ ਨੂੰ ਆਖਰੀ ਵਾਰ ਆਪਣੇ ਬੱਚੇ ਨੂੰ, ਆਪਣੇ ਵੀਰ ਨੂੰ ਦੇਖਣ ਵੀ ਨਾ ਦੇਣਾ ਇਹ ਮਨੁੱਖੀ ਅਧਿਕਾਰਾਂ ਦੀ ਬਹੁਤ ਵੱਡੀ ਇੱਕ ਉਲੰਘਣਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਾਰਿਆਂ ਨੂੰ ਇਹ ਯਤਨ ਕਰਨਾ ਚਾਹੀਦਾ ਹੈ ਕਿ ਉਹਨਾਂ ਦੇ ਮਾਤਾ ਜੀ ਅਤੇ ਉਹਨਾਂ ਦੇ ਭੈਣ ਜੀ ਨੂੰ ਤੁਰੰਤ ਇੰਗਲੈਂਡ ਦੀ ਸਰਕਾਰ ਵੀਜ਼ਾ ਜਾਰੀ ਕਰੇ ਤਾਂ ਕਿ ਉਹ ਭਾਈ ਅਵਤਾਰ ਸਿੰਘ ਜੀ ਖੰਡਾ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋ ਸਕਣ, ਆਪਣੇ ਪੁੱਤ ਦੇ, ਆਪਣੇ ਵੀਰ ਦੇ ਅੰਤਮ ਦਰਸ਼ਨ ਕਰ ਸਕਣ ਔਰ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋ ਸਕਣ। गुजरात के अहमदाबाद शहर में एक बहुमंजिला हस्पताल के बेसमेंट में अग लग गई, जिस तो बाद सावधानी के तौर पर करीब 100 मरीजों को हस्पताल में सुरक्षित बाहर कढ़िया गया। अधिकारी ने जानकारी दी। शाहीबाग पुलिस थाने के एक अधिकारी ने दस्सिया कि सूचना मुताबिक सवेरे 4:30 बजे राजस्थान हस्पताल के बेसमेंट में अग लग गई। हस्पताल के बेसमेंट तो लगातार धुआं निकलता रहा। गनीमत यह रही कि कोई भी वड्डा हादसा होने तो टल गया ते 100 मरीजों के करीब लोगों को सुरक्षित बाहर कढ़ लिया गया। पाकिस्तान के पंजाब सूबे में अज एक बड़ा वड्डा बस हादसा हो गया और बस पलटन कारण घट्टो घट्ट 5 लोगों की मौत हो गई और 20 होर जख्मी हो गए। जानकारी मुताबिक यह बस हादसा बस के ड्राइवर नूं नींद की झपकी आउण कारण वापरिया ते गड्डी पलट गई। इंचार्ज असलम ने दस्सिया कि सूफी संत के श्रद्धालुओं नूं लैके बस सखी सरवर तो जैकबाबाद वापस जा रही सी कि यह हादसा वापर गया। जख्मियों नूं स्थानक अस्पताल में दाखिल करवाया गया, जिथे गंभीर जख्मियों नूं राजनपुर जिला अस्पताल में भेज दिता गया। बटाला के नजदीक पिंड लौंगोवाल के रहने वाले 18 साल के नौजवान का रंजिश के तहत कतल करने का मामला सामने आया। नौजवान आर्यन जिसनों गंभीर हालत में सिविल अस्पताल बटाला में अज सवेरे लिया गया सी, जबकि नौजवान की हालत गंभीर होने के चलते बटाला अस्पताल प्रशासन वालों उसनों अमृतसर अस्पताल में रैफर किया गया, लेकिन उत्थे अमृतसर में उसकी इलाज दौरान ही मौत हो गई। उत्थे पुत की हालत वेख अस्पताल में मां का रो रो के बुरा हाल सी। मां का कहना सी कि उसके पुत का यह हाल कुछ नौजवानों ने किया है जो पिंड तो बाहर दे हन ते उसते तेजदार हथियारों नाल हमला किया गया। उत्थे जख्मी नौजवान की मां का कहना सी कि कुछ नौजवान ने जो पहला भी आर्यन नूं धमकियां दिंदे सन अते रंजिश ये रखते सन कि उन्हां दे बेटे दी पिंड दी एक लड़की नाल पहला दोस्ती सी, जो कि हुण उन्हां दा पुत पिछे हट गया ते लेकिन उसका परिवार अते उन्हां दे साथी कुछ लोगों ने रातां नूं भी झगड़ा किया ते अज जदों उन्हां दा बेटा घर तो बाहर गया ते उसदे हमलाकार उसदी अज यह हालत कर दी कि उसका घर भी तबाह हो गया। उसका इकल्ला पुत सी अते हुण 12वीं विच दाखला होण लैणा सी ते ओह खुद उसनूं विदेश भेजण लई पासपोर्ट बनवाउण लई अप्लाई करन दी तैयारी कर रही सी। उधर पिंड दी सरपंच कमलजीत कौर ने पुष्टि की है कि आर्यन सवेरे गंभीर हालत विच अस्पताल विच दाखिल कराया सी, लेकिन देर शाम उसदे उत्थे मौत हो गई है ते परिवार दा भी रो रो के बुरा हाल है। उन्हां पुलिस प्रशासन तो हमला करने वालों खिलाफ सख्त कार्रवाई की मांग की है। सावन का महीना चढ़दे ही थां थां ते कुड़ियां वल्लों तीयां दा त्योहार मनाया जाता है। कुड़ियां सावन का महीना कट्टण अपने पेके परिवार आउंदियां ने। इसे खुशी नूं साझा करन लई अज सरकारी हाई स्कूल कालवा विखे स्कूल स्टाफ अते बच्चियां वल्लों तीयां दा त्योहार बड़ी धूमधाम नाल मनाया गया। इस मौके बच्चियां अते स्कूल स्टाफ ने एक दूजे नूं मेहंदी लगाई अते चूड़ियां वंडियां। स्कूल विच पिंग भी लगाई गई। बच्चियां वल्लों गिद्धा अते बोलियां पा के खुशी का इजहार किया गया। इस मौके स्कूल इंचार्ज गुरमीत कौर ने बच्चियां नूं वधाई दित्ती।
ਮੌਸਮ ਵਿਭਾਗ ਨੇ ਸ਼ਨੀਵਾਰ ਤੋਂ 4 ਦਿਨਾਂ ਲਈ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਿਕ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਨੇਰੀ ਨਾਲ ਮੀਂਹ ਪਵੇਗਾ, ਜਦਕਿ ਐਤਵਾਰ, ਸੋਮਵਾਰ ਅਤੇ ਮੰਗਲਵਾਰ ਨੂੰ ਕੁਝ ਥਾਵਾਂ ਤੇ ਬਾਰਿਸ਼ ਹੋਵੇਗੀ, ਜਿਸ ਕਾਰਨ ਤਾਪਮਾਨ ਵਿੱਚ 2 ਤੋਂ 3 ਡਿਗਰੀ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਇਸ ਸਮੇਂ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਹਰ ਕੋਈ ਮੀਂਹ ਦੇ ਝੱਖੜ ਦਾ ਸਾਹਮਣਾ ਕਰ ਰਿਹਾ ਹੈ। ਪਹਾੜਾਂ ਵਿੱਚ ਜਿੱਥੇ ਭਾਰੀ ਮੀਂਹ ਕਾਰਨ ਸਾਰੀਆਂ ਨਦੀਆਂ ਉਫਾਨ ਤੇ ਨੇ ਤੇ ਲੋਕਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਮੈਦਾਨੀ ਇਲਾਕਿਆਂ ਵਿੱਚ ਵੀ ਹੜ੍ਹ ਵਰਗੇ ਹਾਲਾਤ ਨੇ। ਪੰਜਾਬ ਦੇ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਬਠਿੰਡਾ ਆਦਿ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਵੇਗੀ, ਜਦਕਿ ਪੱਛਮੀ ਮਾਲਵਾ ਵਿੱਚ 30 ਤੋਂ 31 ਨੂੰ ਤੇਜ਼ ਬਾਰਿਸ਼ ਦੇ ਆਸਾਰ ਨੇ। ਅੱਜ ਸਰਬੱਤ ਖਾਲਸਾ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੁੱਜੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਸਰਬੱਤ ਖਾਲਸਾ ਦੇ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਪੰਥਕ ਏਕਤਾ ਲਈ ਵਿਚਾਰਾਂ ਕਾਰਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਹੁਣ 9 ਅਗਸਤ ਨੂੰ ਮਿਲ ਬੈਠਣ ਦੀ ਅਪੀਲ ਕੀਤੀ ਹੈ। ਅੱਜ ਸ਼੍ਰੀ ਦਰਬਾਰ ਮੁਤਵਾਜ਼ੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਪੰਥਕ ਏਕਤਾ ਲਈ ਵਿਚਾਰਾਂ ਕਰਨਾ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਅਕਾਲ ਤਖਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਭਾਈ ਨੇ ਕਿਹਾ ਕਿ ਉਹਨਾਂ ਨੇ ਪੰਥਕ ਏਕਤਾ ਸੰਬੰਧੀ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਿਲ ਬੈਠਣ ਦਾ ਸਮਾਂ ਮੰਗਿਆ ਸੀ, ਪਰ ਕਿਸੇ ਕਾਰਨ ਸ਼ਾਇਦ ਉਹ ਅੱਜ ਨਹੀਂ ਪਹੁੰਚ ਸਕੇ। ਉਹਨਾਂ ਕਿਹਾ ਕਿ ਉਹਨਾਂ ਨੇ ਹੁਣ ਸੰਗਤਾਂ ਦੀਆਂ ਭਾਵਨਾਵਾਂ ਨੂੰ ਧਿਆਨ ਰੱਖਦਿਆਂ ਗਿਆਨੀ ਰਘਬੀਰ ਸਿੰਘ ਨੂੰ 9 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਤਰਤਾ ਲਈ ਮੁੜ ਸਮਾਂ ਦੇਣ ਦੀ ਅਪੀਲ ਕੀਤੀ ਹੈ। ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ, ਪਰ ਹੁਣ ਵੇਲਾ ਹੋ ਚੁੱਕਿਆ ਛੋਟੇ ਜਿਹੇ ਬ੍ਰੇਕ ਦਾ, ਇਸ ਲਈ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਕੌਮੀ ਅਤੇ ਕੌਮਾਂਤਰੀ ਪੱਧਰ ਤੇ ਦੇਸ਼ ਨੂੰ ਸ਼ਰਮਸਾਰ ਕਰਨ ਵਾਲੀਆਂ ਮਨੀਪੁਰ ਦੀਆਂ ਘਟਨਾਵਾਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਨਖੇਦੀ ਕੀਤੀ ਜਾ ਰਹੀ ਹੈ। ਉੱਥੇ ਪੰਜਾਬ ਵਿੱਚ ਵੀ ਇਸ ਦੀ ਨਖੇਦੀ ਕੀਤੀ ਜਾ ਰਹੀ ਹੈ। ਉਸੇ ਦੇ ਤਹਿਤ ਹੀ ਮਸੀਹ ਭਾਈਚਾਰੇ ਵੱਲੋਂ ਪੂਰੇ ਪੰਜਾਬ 'ਚੋਂ ਵੱਖ-ਵੱਖ ਥਾਵਾਂ ਤੋਂ ਇਕੱਠੇ ਹੋ ਕੇ ਅੰਮ੍ਰਿਤਸਰ ਦੇ ਡੀਸੀ ਦਫ਼ਤਰ ਦੇ ਬਾਹਰ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸ਼ਰਮਨਾਕ ਘਟਨਾਵਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਮਸੀਹ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤੇ ਉਹਨਾਂ ਦੋਸ਼ੀਆਂ ਦਾ ਅਸਲੀ ਚਿਹਰਾ ਜਨਤਾ ਸਾਹਮਣੇ ਲਿਆਂਦਾ ਜਾਵੇ। ਉਹਨਾਂ ਦੀ ਬਣਦੀ ਸਖਤ ਸਜ਼ਾ ਦਿੱਤੀ ਜਾਵੇ। ਇਸ ਘਟਨਾ ਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ। ਦੇਸ਼ ਨੂੰ ਸ਼ਰਮਸਾਰ ਕਰਨ ਵਾਲੀਆਂ ਮਨੀਪੁਰ ਦੀਆਂ ਘਟਨਾਵਾਂ ਤੇ ਡੂੰਘੀ ਸੰਵੇਦਨਾ ਪ੍ਰਗਟ ਕੀਤੀ ਅਤੇ ਮਨੀਪੁਰ ਦੇ ਹਾਲਾਤਾਂ ਲਈ ਉੱਥੋਂ ਦੀ ਸੂਬਾਈ ਅਤੇ ਕੇਂਦਰ ਦੀ ਫਾਸ਼ੀਵਾਦੀ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਦੂਜੇ ਪਾਸੇ ਮਸੀਹ ਭਾਈਚਾਰੇ ਦਾ ਸਾਥ ਦੇਣ ਪਹੁੰਚੇ ਕਾਂਗਰਸੀ ਸਾਂਸਦ ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਚਾਹੀਦਾ ਹੈ ਕਿ ਹਿੰਦੁਸਤਾਨ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਇੱਕ ਵਫਦ ਵੀ ਮਨੀਪੁਰ ਭੇਜਿਆ ਗਿਆ ਜੋ ਕਿ ਕੱਲ ਆ ਕੇ ਆਪਣੀ ਰਿਪੋਰਟ ਕਾਂਗਰਸ ਹਾਈ ਕਮਾਂਡ ਨੂੰ ਦੇਵੇਗਾ। ਮਨੀਪੁਰ ਵਿੱਚ ਪਿਛਲੇ 3 ਮਹੀਨਿਆਂ ਦਾ ਹੋ ਰਿਹਾ, ਉਹਦੀ ਵਾਈਡ ਸਪਰੈਡ ਕੰਡੈਮਨੇਸ਼ਨ ਦੁਨੀਆ ਭਰ 'ਚ ਹੋ ਰਹੀ। ਇੱਕ ਪਾਸੇ ਤੇ ਅਸੀਂ ਕਹਿ ਰਹੇ ਹਾਂ ਕਿ ਹਿੰਦੁਸਤਾਨ ਆਂਦੇ 4 ਸਾਲਾਂ ਵਿੱਚ 2027 ਤੱਕ ਦੁਨੀਆ ਦੀ 3rd ਮੋਸਟ ਪਾਵਰਫੁਲ ਇਕਨੋਮੀ ਬਣ ਜਾਏ। ਇਸ ਸਮੇਂ ਇਕਨੋਮੀ ਤੋਂ ਪਹਿਲਾਂ ਮੈਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਅਪੀਲ ਕਰੂੰਗਾ, ਇਕਨੋਮੀ ਤੋਂ ਪਹਿਲੇ ਹਰ ਹਿੰਦੁਸਤਾਨੀ ਨੂੰ ਸੇਫਗਾਰਡ ਕਰਨਾ ਇਹ ਪ੍ਰਾਇਮਰੀ ਤੁਹਾਡੀ ਡਿਊਟੀ ਹੈ। ਪਹਿਲੇ ਤੇ ਆਪਣੇ ਹਿੰਦੁਸਤਾਨੀਆਂ ਨੂੰ ਸੇਫਗਾਰਡ ਕਰੀਏ। ਜੇ ਹਿੰਦੁਸਤਾਨ ਹੀ ਸੇਫ ਨਹੀਂ, ਅਸੀਂ ਤੀਜੀ ਸਾਰਿਆਂ ਨਾਲੋਂ ਵੱਡੀ ਇਕਨੋਮੀ ਬਣ ਵੀ ਜਾਵਾਂਗੇ ਤੇ ਕੀ ਸਾਡੀ ਉਪਲਬਧੀ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਪ੍ਰੋਗਰਾਮ ਨੂੰ ਲੈ ਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਹਰਵਿੰਦਰ ਸੰਧੂ ਅਤੇ ਜਨਰਲ ਸਕੱਤਰ ਸੰਜੀਵ ਕੁਮਾਰ ਦੀ ਅਗਵਾਈ ਹੇਠ ਵਿਖੇ ਹਿੰਦੁਸਤਾਨੀ ਬਸਤੀ ਵਿੱਚ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕੇਂਦਰ ਸਰਕਾਰ ਦੀ ਨੀਤੀਆਂ ਦੇ ਬਾਰੇ ਜਾਣੂ ਕਰਵਾਇਆ। ਥਾਈਲੈਂਡ ਦੇ ਦੱਖਣੀ ਨਾਰਾਥੀਵਾਦ ਸੂਬੇ ਵਿੱਚ ਇੱਕ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 118 ਤੋਂ ਵੱਧ ਜ਼ਖਮੀ ਹੋ ਗਏ। ਇਸ ਦੇ ਇਲਾਵਾ 200 ਤੋਂ ਵੱਧ ਰਿਹਾਇਸ਼ੀ ਇਮਾਰਤਾਂ ਤੇ ਸਥਾਨਕ ਬਾਜ਼ਾਰ ਵੀ ਪ੍ਰਭਾਵਿਤ ਹੋਏ ਨੇ। ਮਲੇਸ਼ੀਆ ਦੀ ਸਰਹੱਦ ਨਾਲ ਲੱਗਦੇ ਥਾਈ ਸ਼ਹਿਰ ਸੁਨਰਾਈ ਲੋਕਲੋਕ ਵਿੱਚ ਇੱਕ ਨਿਰਮਾਣ ਅਧੀਨ ਪਟਾਕਾ ਫੈਕਟਰੀ ਦੇ ਇੱਕ ਗੋਦਾਮ ਵਿੱਚ ਇਹ ਧਮਾਕਾ ਹੋਇਆ। ਸ਼ੁਰੂਆਤੀ ਪੁਲਿਸ ਜਾਂਚ ਤੋਂ ਪਤਾ ਚੱਲਦਾ ਹੈ ਕਿ ਧਮਾਕਾ ਧਾਤੂ ਦੇ ਢਾਂਚਿਆਂ ਦੀ ਵੈਲਡਿੰਗ ਦੌਰਾਨ ਨਿਕਲੀ ਇੱਕ ਚਿੰਗਿਆੜੀ ਕਾਰਨ ਹੋਇਆ ਸੀ, ਜੋ ਕਿ ਇੱਕ ਪਟਾਕੇ ਦੇ ਡੱਬੇ ਵਿੱਚ ਡਿੱਗ ਗਈ ਸੀ। ਧਮਾਕੇ
ਕਰਨ ਲੱਗੀ ਅੱਗ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਕਾਬੂ ਕਰ ਲਿਆ ਗਿਆ। ਪੁਲਿਸ ਅਤੇ ਸੂਬਾਈ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਅਧੀਨ ਪੈਂਦੇ ਪਿੰਡ ਡੱਲ ਵਿਖੇ ਹਰ ਵਕਤ ਸਿਰ ਦੇ ਉੱਪਰ ਮੰਡਰਾਉਂਦੇ ਮੌਤ ਦੇ ਸਾਏ ਹੇਠ ਅਤੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਬਜ਼ੁਰਗ ਬੇਵਸ ਜੋੜੇ ਨੇ ਮਦਦਗਾਰਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਅੰਗਰੇਜ਼ ਸਿੰਘ ਅਤੇ ਉਸ ਦੀ ਪਤਨੀ ਸੁਰਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੀਆਂ 2 ਲੜਕੀਆਂ ਨੇ ਤੇ 1 ਲੜਕਾ ਸੀ। ਦੋਵੇਂ ਲੜਕੀਆਂ ਦਾ ਵਿਆਹ ਹੋ ਚੁੱਕਾ ਹੈ ਤੇ ਲੜਕਾ ਮਿਹਨਤ ਮਜ਼ਦੂਰੀ ਕਰਦਾ ਸੀ, ਪਰ ਅਚਾਨਕ ਉਹਨਾਂ ਦਾ ਲੜਕਾ ਨਸ਼ੇ ਦੀ ਚਪੇਟ ਵਿੱਚ ਆ ਗਿਆ ਤੇ ਇੱਕ ਦਿਨ ਨਸ਼ੇ ਦੀ ਹਾਲਤ ਵਿੱਚ ਘਰੋਂ ਚਲਾ ਗਿਆ, ਜੋ ਹੁਣ ਤੱਕ ਵਾਪਸ ਨਹੀਂ ਪਰਤਿਆ। ਪੀੜਤ ਬਜ਼ੁਰਗ ਜੋੜੇ ਨੇ ਸਮਾਜ ਸੇਵੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਮਕਾਨ ਦੀ ਹਾਲਤ ਵੀ ਖੰਡਰ ਹੋ ਚੁੱਕੀ ਹੈ ਤੇ ਉਹਨਾਂ ਕੋਲ ਆਪਣੀ ਜ਼ਿੰਦਗੀ ਬਸਰ ਕਰਨ ਲਈ ਵੀ ਕੁਝ ਨਹੀਂ ਬਚਿਆ, ਜਿਸ ਦੇ ਚੱਲਦਿਆਂ ਉਹਨਾਂ ਨੇ ਸਮਾਜ ਸੇਵੀਆਂ ਨੂੰ ਅੱਗੇ ਆ ਕੇ ਉਹਨਾਂ ਦੀ ਮਦਦ ਕਰਨ ਲਈ ਕਿਹਾ। ਤੇ ਕੀ ਗੱਲ ਮਾਤਾ ਜੀ, ਕੀ ਹਾਲਾਤ ਬਣੇ ਪਏ ਨੇ ਘਰ ਦੇ? ਗਲੀਆਂ ਨਾਲ ਕੋਠਾ ਡਿੱਗ ਪਿਆ, ਬਹਿਣ ਨੂੰ ਨਹੀਂ ਥਾਂ ਹੈਗਾ, ਖਲੋਣ ਨੂੰ ਪਾਣੀ ਵੀ ਨਹੀਂ ਹੈਗਾ ਸਾਡਾ। ਕੀ ਗੱਲ ਤੁਹਾਡੇ ਬੱਚੇ ਕਿੱਥੇ ਨੇ? ਬੱਚੇ ਗੁੱਡੀਆਂ ਵਿਆਹੀਆਂ, ਕਾਕਾ ਘਰੋਂ ਨਿਕਲਿਆ। ਕਿਉਂ ਉਹ ਕਦ ਨਿਕਲੇ ਘਰ? ਨਸ਼ੇ ਪਤੇ ਲਾਇਆ ਨੂੰ ਕਿੰਨਾ ਚਿਰ ਹੋ ਗਿਆ? 6 ਮਹੀਨੇ ਹੋ ਗਏ ਤਾਂ ਨਿਕਲੇ ਘਰੋਂ। ਤੇ ਆ ਜਿਹੜਾ ਕੱਚਾ ਕੋਠਾ ਇਹ ਤੁਸੀਂ ਇਸੇ 'ਚ ਹੀ ਗੁਜ਼ਾਰਾ ਕਰਨ ਦੇ ਇੱਥੇ ਜੀ ਗੁਜ਼ਾਰਾ ਕਰਨਾ ਹੈ। ਦੋਵੇਂ ਜੀ? ਹਾਂਜੀ ਦੋਵੇਂ ਜੀ ਤੇ ਰੋਟੀ ਪਾਣੀ ਦਾ ਕਿਸ ਤਰ੍ਹਾਂ ਸਰਦਾ? ਇੱਥੇ ਕਰਦੇ ਹਾਂ ਭਾਈ। ਤੇ ਰੋਟੀ ਪਾਣੀ ਦਾ ਕਿਸ ਤਰ੍ਹਾਂ ਸਰਦਾ? ਕਿੱਥੋਂ ਲਿਆਉਂਦੇ ਕਮਾਉਣ? ਕਿੱਥੋਂ ਲਿਆਉਣਾ, ਦਿਹਾੜੀ ਦਾ ਕਰਦਾ ਤਾਂ ਖਾਣੀ। ਤੇ ਕੀ ਗੱਲ ਆ, ਪਾਣੀ ਪੂਣੀ ਦਾ ਕੁਝ ਵੀ ਨਹੀਂ ਹੈ? ਲੈਟਰਿੰਗ ਬਾਥਰੂਮ ਪਾਣੀ ਨਾ ਕੱਖ ਨਹੀਂ, ਨਾ ਨਲਕਾ, ਨਾ ਬਾਥਰੂਮ, ਨਾ ਮੋਟਰ। ਤੇ ਕੋਈ ਕਿਸੇ ਨੂੰ ਆਖਿਆ ਨਹੀਂ, ਸਰਪੰਚ ਜਾਂ ਕਿਸੇ ਸਰਕਾਰੀ ਮੁਲਾਜ਼ਮ ਨੂੰ ਕਿ ਸਾਡੇ ਪਾ ਕੇ ਦੇ? ਕੋਈ ਨਹੀਂ ਭਾਜੀ ਸੁਣਦਾ। ਫਿਰੋਜ਼ਪੁਰ 'ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਤੇਜ਼ ਬਾਰਿਸ਼ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਭਾਰੀ ਬਰਸਾਤ ਕਾਰਨ ਕਈ ਗਰੀਬ ਪਰਿਵਾਰਾਂ ਦੇ ਮਕਾਨ ਢਹਿ ਗਏ, ਜਿਸ ਕਾਰਨ ਉਹ ਆਪਣੇ ਘਰਾਂ ਤੋਂ ਬੇਘਰ ਹੋ ਗਏ ਅਤੇ ਭਾਰੀ ਬਰਸਾਤ ਕਾਰਨ ਅੱਜ ਪਿੰਡ ਬੜਕੇ ਵਿੱਚ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ। ਉਸ ਸਮੇਂ ਪਰਿਵਾਰ ਦੇ ਮੈਂਬਰ ਘਰ ਦੇ ਅੰਦਰ ਬੈਠੇ ਸਨ, ਜਿਸ ਕਾਰਨ ਇੱਕ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਦਕਿ ਉਸ ਛੱਤ ਥੱਲੇ ਬੈਠੀ ਇੱਕ ਗਰਭਵਤੀ ਔਰਤ ਬਾਲ-ਬਾਲ ਬਚ ਗਈ। ਜਦ ਇਸ ਘਟਨਾ ਦਾ ਨੇੜਲੇ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਹ ਭੱਜ ਕੇ ਇਹਨਾਂ ਪਰਿਵਾਰਕ ਮੈਂਬਰਾਂ ਨੂੰ ਘਰੋਂ ਬਾਹਰ ਕੱਢ ਕੇ ਸਿਹਤਯਾਬ ਹੋ ਗਏ। ਵਿਭਾਗ ਦੀ ਐਂਬੂਲੈਂਸ ਟੀਮ ਨੇ ਪਹੁੰਚ ਕੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ। ਇਸੇ ਮਕਾਨ ਦੇ ਡਿੱਗਣ ਨਾਲ ਜ਼ਖਮੀ ਹੋਈ ਔਰਤ ਨੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਅੰਮ੍ਰਿਤਸਰ ਦੇ ਮਕਬੂਲਪੁਰਾ ਇਲਾਕੇ ਵਿੱਚ ਇੱਕ ਸਰਕਾਰੀ ਕਰਮਚਾਰੀ ਕਲਰਕ ਔਰਤ ਨਾਲ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਕਲਰਕ ਔਰਤ, ਜਿਸ ਦਾ ਨਾਮ ਪ੍ਰਵੀਨ ਕੁਮਾਰੀ, ਜੋ ਕਿ ਡਿਸਟ੍ਰਿਕਟ ਇੰਡਸਟਰੀ ਸੈਂਟਰ ਕਰਜਾ ਦਫ਼ਤਰ ਵਿੱਚ ਤੈਨਾਤ ਸੀ, ਜੋ ਤੇ ਪ੍ਰਵੀਨ ਕੁਮਾਰੀ ਪੀੜਤ ਦਫ਼ਤਰ ਦੇ ਬਾਹਰ ਪੁੱਜੀ ਤਾਂ ਦਫ਼ਤਰ ਦੇ ਬਾਹਰ 2 ਵਿਅਕਤੀ ਤੇ ਇੱਕ ਔਰਤ ਬਾਹਰ ਮੋਟਰਸਾਈਕਲ ਤੇ ਖੜੇ ਸਨ ਤੇ ਇੱਕ ਬਜ਼ੁਰਗ ਵੱਲੋਂ ਰਸਤੇ ਬਾਰੇ ਪੁੱਛ ਰਹੇ ਸਨ। ਔਰਤ ਨੇ ਦੱਸਿਆ ਕਿ ਉਸ ਨੂੰ ਪਤਾ ਹੀ ਨਹੀਂ ਚੱਲਿਆ ਕਿ ਉਹ ਕਦੋਂ ਬੇਹੋਸ਼ ਹੋ ਗਈ। ਜਦ ਉਸ ਨੂੰ ਹੋਸ਼ ਆਇਆ ਤਾਂ ਉਸ ਦੀਆਂ ਬਾਹਾਂ ਵਿੱਚੋਂ 2 ਸੋਨੇ ਦੀਆਂ ਚੂੜੀਆਂ ਗਾਇਬ ਸਨ, ਜਿਸ ਦੇ ਚੱਲਦੇ ਇਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ। ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੈਨੇਡਾ ਵਿੱਚ 1000 ਤੋਂ ਜ਼ਿਆਦਾ ਥਾਵਾਂ ਤੇ ਜੰਗਲ ਦੀ ਅੱਗ ਅਜੇ ਵੀ 1 ਲੱਖ ਵਰਗ ਕਿਲੋਮੀਟਰ ਤੋਂ ਜ਼ਿਆਦਾ ਜ਼ਮੀਨ ਨੂੰ ਸਾੜ ਰਹੀ ਹੈ, ਜਿਸ ਤੇ 600 ਸਥਾਨਾਂ ਤੇ ਉੱਤੇ ਅੱਗ ਕੰਟਰੋਲ ਤੋਂ ਬਾਹਰ ਹੈ ਤੇ ਤੇਜ਼ੀ ਨਾਲ ਵਧ ਰਹੀ ਹੈ। ਅੱਗ ਦੀ ਲਪੇਟ ਵਿੱਚ ਆਇਆ ਖੇਤਰ ਆਈਸਲੈਂਡ ਜਾਂ ਦੱਖਣੀ ਕੋਰੀਆ ਦੇ ਆਕਾਰ ਦੇ ਬਰਾਬਰ ਹੈ। ਸਥਾਨਕ ਮੀਡੀਆ ਮੁਤਾਬਕ ਪਿਛਲੇ 4 ਦਹਾਕਿਆਂ ਦੇ ਮੁਕਾਬਲੇ ਇਸ ਸਾਲ ਜ਼ਿਆਦਾ ਕੈਨੇਡਾਈ ਲੋਕ ਪ੍ਰਭਾਵਿਤ ਹੋਏ ਨੇ। ਅੱਗ ਦੇ ਧੂਏ ਕਾਰਨ 1,55,000 ਤੋਂ ਜ਼ਿਆਦਾ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪਿਆ। ਕੈਨੇਡਾ ਵਿੱਚ ਹੁਣ 5,500 ਘਰੇਲੂ ਤੇ ਲਗਭਗ 330 ਕੌਮਾਂਤਰੀ ਫਾਇਰ ਬ੍ਰਿਗੇਡ ਮੈਂਬਰ ਅੱਗ ਬੁਝਾਉਣ ਲਈ ਮਿਲ ਕੇ ਕੰਮ ਕਰ ਰਹੇ ਨੇ। ਅੱਗ ਜਿਸ ਪੱਧਰ ਤੇ ਫੈਲੀ ਹੈ, ਉਸ ਦੇ ਮੁਕਾਬਲੇ ਫਾਇਰ ਕਰਮੀਆਂ ਦੀ ਗਿਣਤੀ ਬਹੁਤ ਘੱਟ ਹੈ। ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ 50,000 ਹੈਕਟੇਅਰ ਤੋਂ ਜ਼ਿਆਦਾ ਜ਼ਮੀਨ ਅੱਗ ਦੀ ਲਪੇਟ ਵਿੱਚ ਆ ਚੁੱਕੀ ਹੈ। ਨਗਰ ਸੁਧਾਰ ਟਰਸਟ ਦੇ ਚੇਅਰਮੈਨ ਅਸ਼ੋਕ ਤਲਵਾਰ ਵੱਲੋਂ ਸਕੱਤਰੀ ਵਿਭਾਗ ਸਹਿਤ ਨਗਰ ਸੁਧਾਰ ਟਰਸਟ ਵੱਲੋਂ ਕੀਤੇ ਜਾ ਰਹੇ ਨਿਰਮਾਣ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਚੇਅਰਮੈਨ ਅਸ਼ੋਕ ਤਲਵਾਰ ਦੇ ਨਾਲ ਐਸਏ ਪ੍ਰਦੀਪ ਜੈਸਵਾਲ, ਐਕਸ਼ਨ ਰਵਿੰਦਰ ਕੁਮਾਰ, ਐਕਸ਼ਨ ਵਿਕਰਮ ਸਿੰਘ, ਐਕਸ਼ਨ ਰਾਜਵੀਰ ਸਿੰਘ ਮੌਜੂਦ ਸਨ। ਚੇਅਰਮੈਨ ਅਸ਼ੋਕ ਤਲਵਾਰ
ਇੰਡੋਰ ਸਟੇਡੀਅਮ ਦਾ ਜਾਇਜ਼ਾ ਲੈਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਪੁਰਾਣੀ ਸ਼ਾਨ ਨੂੰ ਮੁੜ ਬਹਾਲ ਕਰਨ ਦੇ ਮਿਸ਼ਨ ਤਹਿਤ ਖੇਡਾਂ ਲਈ ਆਪਣਾ ਪੂਰਾ ਯੋਗਦਾਨ ਦੇ ਰਹੀ ਹੈ। ਚੇਅਰਮੈਨ ਅਸ਼ੋਕ ਤਲਵਾਰ ਨੇ ਦੱਸਿਆ ਕਿ ਇਹ ਪ੍ਰੋਜੈਕਟ 18 ਤੋਂ 19 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਹੈ ਤੇ ਬਣਨ ਉਪਰੰਤ ਇਹ ਪ੍ਰੋਜੈਕਟ ਸਪੋਰਟਸ ਅਥਾਰਟੀ ਆਫ ਇੰਡੀਆ ਨੂੰ ਸੌਂਪ ਦਿੱਤਾ ਜਾਵੇਗਾ। ਅੰਮ੍ਰਿਤਸਰ ਪੁਲਿਸ ਨੂੰ ਉਸ ਵੇਲੇ ਭਾਜਣਾ ਪੈ ਗਈਆਂ ਜਦੋਂ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਂਦੇ ਗਏ ਦੋਸ਼ੀ ਨੇ ਗੱਡੀ ਵਿੱਚੋਂ ਛਲਾਂਗ ਲਗਾ ਦਿੱਤੀ ਅਤੇ ਮੌਕੇ ਤੋਂ ਭੱਜ ਗਿਆ। ਅਜਨਾਲਾ ਪੁਲਿਸ ਨੂੰ ਇੱਕਦਮ ਹੱਥਾਂ ਪੈਰਾਂ ਦੀ ਪੈ ਗਈ। ਦਰਅਸਲ ਇਰਾਦਾ ਕਤਲ ਅਤੇ ਚੋਰੀ ਦੇ ਮਾਮਲੇ ਵਿੱਚ ਦੋਸ਼ੀ ਨੂੰ ਪੇਸ਼ੀ ਲਈ ਲਿਆਂਦਾ ਗਿਆ ਸੀ। ਪੇਸ਼ੀ ਲਈ ਪੁਲਿਸ ਕਰੀਬ 10 ਤੋਂ 15 ਮਿੰਟ ਤੱਕ ਖੇਤਾਂ ਵਿੱਚ ਆਰੋਪੀ ਨੂੰ ਫੜਨ ਲਈ ਜਦੋਜਹਿਦ ਕਰਦੀ ਰਹੀ। ਕੜੀ ਭੱਜ ਦੌੜ ਤੋਂ ਬਾਅਦ ਪੁਲਿਸ ਨੇ ਆਰੋਪੀ ਨੂੰ ਆਖਿਰਕਾਰ ਕਾਬੂ ਕਰ ਲਿਆ। ਤੇ ਹੁਣ ਜਾਂਦੇ ਆਂ ਇੱਕ ਨਜ਼ਰ ਅੱਜ ਦੀ ਵੈਦਰ ਰਿਪੋਰਟ ਤੇ। ਫਿਲਹਾਲ ਪੰਜਾਬੀ ਖਬਰਾਂ ਵਿੱਚ ਨਹੀਂ, ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਤੇ ਹੁਣ ਮੈਨੂੰ ਦੇ ਇਜਾਜ਼ਤ। ਧੰਨਵਾਦ।